ਹੈਲੋ ਸਟੂਡੈਂਟ, ਸਤਿ ਸ੍ਰੀ ਅਕਾਲ। ਮੈਂ ਅਮਨ ਚੁਗ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ YouTube ਚੈਨਲ 24/7 ਐਜੂਕੇਸ਼ਨ ਹੱਬ ਤੇ ਦੋਸਤੋ ਆਪਣੀ ਹੋ ਰਹੀ ਹੈ ਸਾਇੰਸ ਦੀ ਵਿਗਿਆਨ ਦੀ ਬੈਸਟ 1100 MCQs ਹੋ ਰਹੇ ਨੇ ਤੇ ਅੱਜ ਹੁੰਦਾ ਮੈਂ ਤੁਹਾਡੇ ਨਾਲ ਥਰਡ ਪਾਰਟ ਲੈ ਕੇ ਆ ਰਿਹਾ। ਠੀਕ ਹੈ ਜੀ। ਤੇ ਅੱਜ ਦੇ ਜਿਹੜੇ ਹੋਣਗੇ ਉਹ ਹੋਣਗੇ ਆਪਣੇ ਕੋਲ 35 MCQs ਹੋਣਗੇ। ਉਹ ਹੋਣਗੇ ਸਟਾਰਟ ਫਰੋਮ ਦਾ ਕੁਐਸਚਨ ਨੰਬਰ 40 to 75। ਸੋ ਆਜੋ ਸਟੂਡੈਂਟਸ, ਲੈਟਸ ਸਟਾਰਟ ਦਾ ਟੌਪਿਕ। ਅੱਜ ਦਾ ਆਪਣਾ ਪਹਿਲਾ ਸਭ ਤੋਂ ਈਜ਼ੀਐਸਟ ਕੁਐਸਚਨ ਆ ਰਿਹਾ ਹੈ, ਦ ਨੈਚੁਰਲ ਸੈਟੇਲਾਈਟ ਆਫ ਦਾ ਅਰਥ ਇਜ਼ ਡੈਸ਼। ਮਤਲਬ ਧਰਤੀ ਦਾ ਕੁਦਰਤੀ उपग्रह है। ऑप्शन इनसेट आईबी, सेकंड प्लूटो, थर्ड मून, फोर्थ एना विचों कोई नहीं। नेम द नेचुरल सैटेलाइट ऑफ अर्थ एंड द राइट आंसर है वो है अपने कॉल ऑप्शन नंबर थर्ड, मून इज द राइट आंसर। ठीक है जी। नेक्स्ट क्वेश्चन है द मोस्ट अबंडेंट गैस इन एयर। हवा विच सब तो वध मात्रा किस चीज दी हुंदी है? तो ऑप्शन ने ऑक्सीजन, सेकंड ऑप्शन नाइट्रोजन, थर्ड ऑप्शन कार्बन डाइऑक्साइड, फोर्थ ऑप्शन हाइड्रोजन। Which of the following gases is most abundant in air? हवा विच सब तो ज्यादा मात्रा किंदी हुंदी है? ਤਾਂ ਇਹਦਾ ਰਾਈਟ ਆਨਸਰ ਜਿਹੜਾ ਹੈ ਉਹ ਆਪਣੇ ਕੋਲ ਨਾਈਟ੍ਰੋਜਨ, ਜੋ ਕਿ ਲਗਭਗ ਕਿੰਨਾ ਹੁੰਦਾ ਹੈ 78% ਹੈ। ਤੇ ਜਿਹੜੀ ਆਕਸੀਜਨ ਹੈ ਉਹ ਆਪਣੇ ਕੋਲ 21% ਹੈ। ਤੇ ਬਾਕੀ ਜਿਹੜਾ 1% ਬਚ ਗਿਆ ਉਹ ਕੀ ਹੈ? ਕਾਰਬਨ ਮੋਨੋਆਕਸਾਈਡ, ਡਾਈਆਕਸਾਈਡ, ਮੀਥੇਨ, ਆਰਗਨ ਐਕਸੈਟਰਾ। ਠੀਕ ਹੈ ਜੀ। ਬਾਕੀ ਜਿੰਨੀਆਂ ਵੀ ਅਰਥ ਦੇ ਉੱਤੇ ਗੈਸਿਸ ਮਿਲਦੀਆਂ ਨੇ ਉਹ ਸਾਰੀਆਂ ਕਿੰਨੇ ਨੇ? ਲਗਭਗ 1% ਨੇ। नेक्स्ट अपने को आंदा है विच ऑफ द फॉलोइंग गैस रेजिज द टेंपरेचर ऑफ द अर्थ। मतलब ਜਿਹੜੀਆਂ ਆਪਸ਼ਨ ਇੱਥੇ ਆਪਣੇ ਕੋਲ ਹੈਗੀਆਂ ਨੇ ਇਹਨਾਂ ਵਿੱਚ ਇੱਕ ਆਪਸ਼ਨ ਐਕੂਰੇਟ ਤੁਸੀਂ ਇਹ ਲਿਖਣੀ ਹੈ ਜਾਂ ਤੁਸੀਂ ਆਖਣੀ ਹੈ ਕਿ ਜਿੰਦੇ ਨਾਲ ਅਰਥ ਦਾ ਟੈਂਪਰੇਚਰ ਇੰਕਰੀਜ਼ ਹੋ ਰਿਹਾ ਹੈ। ਤਾਂ ਆਪਸ਼ਨ ਹੈ ਆਪਣੇ ਕੋਲ ਕਾਰਬਨ ਡਾਈਆਕਸਾਈਡ, ਸੈਕਿੰਡ ਆਪਸ਼ਨ ਕਾਰਬਨ ਮੋਨੋਆਕਸਾਈਡ, थर्ड नाइट्रोजन डाइऑक्साइड, फोर्थ सल्फर डाइऑक्साइड। तो कुछ बच्चे रहते आंसर आएगा सर ऑल ऑफ दिस। वो भी बिल्कुल ठीक है बट ऑप्शन नहीं है। तो ਆਪਾਂ ਨੂੰ एग्जाम में जे बाय चांस कुछ ਇਹ ਜਾ MCQs ਆ ਜਾਂਦਾ ਹੈ ਜਿੰਦੇ ਵਿੱਚ ਆਪਾਂ ਨੂੰ ਜਿਹੜਾ ਆਨਸਰ ਐਕੂਰੇਟ ਜਿਹੜੇ ਆਨਸਰ ਇੱਕ ਤੋਂ ਉੱਪਰ ਐਕੂਰੇਟ ਹੋਣਗੇ ਬਟ ਜੇ ਉਹਦੇ ਚੋਂ ਜੀ ਕੋਈ ਆਪਸ਼ਨ ਨਹੀਂ ਹੈਗੀ A ਐਂਡ B ਜਾਂ ਜਿਹੜੇ ਫॉर एग्जांपल ਇੱਥੇ ਜਿਹੜਾ ਆਪਣੇ ਕੋਲ हर एक ਜਿਹੜੀ ਇਹਦੇ ਸੇ ਰਿਸਪੌਂਸਿਬਲ ਹੁੰਦੀ ਹੈ ਬਟ ਤੁਸੀਂ ਉਹ ਆਨਸਰ ਦੱਸਣਾ ਹੈ ਜਿਹੜਾ ਸਭ ਤੋਂ ਵੱਧ ਐਕੂਰੇਟ ਮੰਨਿਆ ਜਾਏਗਾ ਜੋ ਆਪਸ਼ਨਸ ਉੱਤੇ ਆਪਣੇ ਕੋਲ ਹੋਣਗੀਆਂ। ਤਾਂ ਹੁਣ ਸਾਥੀਓ ਇੱਥੇ ਆਪਣੇ ਕੋਲ ਸਭ ਤੋਂ ਐਕੂਰੇਟ ਮੰਨੀ ਜਾਏਗੀ ਉਹ ਮੰਨੀ ਜਾਏਗੀ ਫਰਸਟ ਆਪਸ਼ਨ CO2। ਹਾਲਾਂਕਿ ਜਿਹੜੀ ਮੋਨੋਆਕਸਾਈਡ ਹੈ, ਨਾਈਟ੍ਰੋਜਨ ਡਾਈਆਕਸਾਈਡ ਹੈ, ਸਲਫਰ ਡਾਈਆਕਸਾਈਡ ਇਹ ਵੀ ਇਹਦੇ ਨਾਲ ਵੀ ਅਰਥ ਦਾ ਟੈਂਪਰੇਚਰ ਇੰਕਰੀਜ਼ ਹੁੰਦਾ ਹੈ ਬਟ ਸਭ ਤੋਂ ਜ਼ਿਆਦਾ ਜਿਹੜਾ ਇੰਪੈਕਟ ਹੈ ਉਹ ਕਿੰਦਾ ਪੈਂਦਾ ਹੈ ਫਰਸਟ ਆਪਸ਼ਨ ਦਾ ਜਿਹਨੂੰ ਆਪਾਂ ਕਹਿੰਦੇ ਆ ਕਾਰਬਨ ਡਾਈਆਕਸਾਈਡ। ਤੇ ਆਪਣਾ ਐਕੂਰੇਟ ਆਨਸਰ ਹੋ ਜਾਏਗਾ। ਨੈਕਸਟ ਕੁਐਸਚਨ ਹੈ ਵਿਚ what part of the earth is water? ਅਰਥ ਦਾ ਕਿੰਨਾ ਹਿੱਸਾ ਪਾਣੀ ਹੈ? ਆਪਸ਼ਨਸ ਆਪਣੇ ਅੱਗੇ ਨੇ ਤਾਂ ਆਪਾਂ ਨੂੰ ਇਹਦਾ ਆਨਸਰ ਆਉਂਦਾ ਹੋਏਗਾ। ਤੁਹਾਨੂੰ ਮੈਂ ਸਿੱਧਾ ਜਿਹਾ ਆਖਦਾ ਕਿ 71% अर्थ ते लगभग 71% की है वाटर है। अर्थ ते लगभग 71% वाटर है तो उस दे अकॉर्डिंग तुहाडा आंसर की आएगा? तो उस अकॉर्डिंग तुहाडा आंसर आएगा लगभग अप्रोक्सीमेट है वो आएगा अपने कोल ऑप्शन नंबर सेकंड बिकॉज इनका मतलब हो गया 75%। तो अपने को की है लगभग 71 जड़ा हिस्सा है वो किंदा है दैट इज
surrounded on the earth by the water, then the answer second option right होएगा। नेक्स्ट क्वेश्चन है water is dash resource, renewable, second non renewable, third exhaustible मतलब जिंदा अंत हो जाएगा, फोर्थ इनएग्जॉस्टिबल एंड रिन्यूएबल भी। देखो फर्स्ट ऑप्शन सिर्फ रिन्यूएबल है, थर्ड ऑप्शन एग्जॉस्टिबल है ਤੇ ਸੈਕਿੰਡ ਹੈਗੀ ਹੈ ਨॉन ਰਿਨਿਊਏਬਲ, ਬਟ ਜਿਹੜੀ ਫੋਰਥ ਹੈ ਉਹ ਇਨਐਗਜ਼ੌਸਟਿਬਲ ਦੇ ਨਾਲ ਨਾਲ ਕੀ ਲਿਖਿਆ ਹੈ ਰਿਨਿਊਏਬਲ ਵੀ ਲਿਖਿਆ ਹੋਇਆ ਹੈ, ਤਾਂ ਇਹਦਾ ਇਹ ਆਨਸਰ राइट आंसर बनेगा फोर्थ ऑप्शन। इनएग्जॉस्टिबल मतलब ਇਹਦਾ ਅੰਤ ਨਹੀਂ ਹੋ ਸਕਦਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਬਿਕੋਜ਼ ਹਮੇ ਕਿਆ ਅਰਥ ਦਾ ਲਗਭਗ 71% ਹਿੱਸਾ ਕਿੰਦੇ ਨਾਲ ਹੈ, ਇਟ ਇਜ਼ ਸਰਾਊਂਡਡ ਬਾय ਦਾ ਵਾਟਰ। ਠੀਕ ਹੈ ਜੀ, ਤੇ ਇਹਦਾ ਯੂਜ਼ ਅਗੇਨ ਐਂਡ ਅਗੇਨ ਹੋ ਸਕਦਾ ਹੈ। ਠੀਕ ਹੈ ਜੀ, ਇਸ ਕਰਕੇ ਇਹਨੂੰ ਕਹਿੰਦੇ ਆ ਇਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਠੀਕ ਹੈ ਜੀ, मतलब एक ਹੋਰ यूज हो सकता है। नेक्स्ट क्वेश्चन है ड्यूरिंग अ केमिकल रिएक्शन मतलब जदों एक रसायनिक प्रतिक्रिया होंदी है तो उस समय एक्चुअल हुंदा की है। फर्स्ट ऑप्शन है ओल्ड बॉन्ड्स आर ब्रोकन, सेकंड न्यू बॉन्ड्स आर फॉर्म्ड, थर्ड फर्स्ट एंड सेकंड बोथ, फोर्थ ना था पहली ना था सेकंड ऑप्शन। तो अपने को इत्थे राइट आंसर जेड़ा है वो है, देखो एग्जाम्पल मैं तुहाडे सामने लिखदा C+O2CO2। ठीक है जी, C दे नाल ऑक्सीजन मिलदी तां की बनदा है CO2 बन जाती है। तो हुण देखो कि C ऑक्सीजन दे आपस विच की सी, जेहड़े ऑक्सीजन दे विच दो आपस विच उन्हां विच जेहड़े बॉन्ड हैगे सी ਉਹ ਕੀ ਹੋ ਗਏ अलग अलग हो गए। तो ऑप्शन बिल्कुल ठीक होगी, ओल्ड बॉन्ड्स आर ब्रोकन। हुण इत्थे की बन गया, इत्थे इकल्ला सी इत्थे नाल के O2 नाल अटैच हो गया, मतलब C दे नाल 2 ऑक्सीजन दे एटम्स भी आके लग गए, तो मतलब हुण की हो गए न्यू हो गए। इस करके आंसर बनेगा ऑप्शन नंबर सी फर्स्ट एंड सेकंड बोथ। मतलब जेड़े की ओल्ड बंदे हैं ते जेड़े न्यू बंदे हैं बॉन्ड ओ न्यू फॉर्म भी होंदे ते ओल्ड की करते ने ओल्ड गेट्स ब्रेक डाउन। नेक्स्ट अपने को आ रहा है क्वेश्चन द केमिकल प्रॉपर्टीज ऑफ एन एटम डिपेंड अपॉन, किसे परमाणु दे रसायक सॉरी किसी परमाणु दे रसायक गुण निर्भर होंदे हन। ऑप्शन इट्स फिजिकल कॉन्स्टिट्यूशन मतलब उस दी भौतिक रचना ते नंबर ऑफ न्यूट्रॉन्स इन इट उस विच किन्ने नंबर ऑफ न्यूट्रॉन दी संख्या ते, थर्ड इट्स इलेक्ट्रॉनिक कॉन्फ़िगरेशन उस दी इलेक्ट्रॉनिक संरचना ते, फोर्थ इन्ना विचों कोई भी नहीं। तो इनका राइट आंसर जेड़ा है वो है इट्स इलेक्ट्रॉनिक कॉन्फ़िगरेशन। ਹੁਣ ਇਹਦਾ मतलब ਕੀ ਹੁੰਦਾ ਹੈ ਕਿੰਨੇ ਨੰਬਰ ਆਫ ਇਲੈਕਟ੍ਰੋਨ ਕਿਸੇ ਐਟਮ ਦੇ ਵਿੱਚ ਹੈਗੇ ਉਹਨੂੰ ਆਪਾਂ ਕਹਿੰਦੇ ਕਹਿੰਦੇ ਇਲੈਕਟ੍ਰੋਨਿਕ ਕਨਫੀਗਰੇਸ਼ਨ। फॉर एग्जांपल मैं एग्जांपल है ना Na बोले तो सोडियम ਇਹਦਾ एटॉमिक नंबर ਹੁੰਦਾ 11, ਤੈਨੂੰ ਲਿਖਦੇ ਕਿਵੇਂ 2,8,1। देखो ए किसी एलिमेंट ਦਾ ਨਾਮ, ए किसी एटॉमिक नंबर, ए की अपने ਕੋਲ ਹੁੰਦੀ इलेक्ट्रॉनिक कॉन्फ़िगरेशन। जिन्हें तो ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਇੱਕ ਇਲੈਕਟ੍ਰੋਨ ਐਕਸਟਰਾ ਪਿਆ, ਦੋ ਪਏ, ਤਿੰਨ ਪਏ ਹੈ, ਉਸ ਹਿਸਾਬ ਨਾਲ ਇਹਦੀ ਕੀ ਹੁੰਦੀ ਹੈ ਰਿਐਕਸ਼ਨ ਹੁੰਦੀ ਹੈ। नेक्स्ट अपने को आ गया सब तो इजी क्वेश्चन न्यूक्लियस वाज डिस्कवर्ड बाय। ਹੁਣ ਦੇਖੋ ਇੱਥੇ ਤੁਹਾਡੇ ਕੋਲ ਸਾਇੰਟਿਸਟ ਦਾ ਨਾਮ ਨਹੀਂ ਪੁੱਛਿਆ ਗਿਆ, ਐਕਸਪੈਰੀਮੈਂਟ ਦਾ ਨਾਮ ਪੁੱਛਿਆ ਗਿਆ ਹੈ, ਬਟ ਉਹ ਐਕਸਪੈਰੀਮੈਂਟ ਉਸ ਸਾਇੰਟਿਸਟ ਦੇ ਨਾਮ ਤੋਂ ਹੀ ਰੱਖਿਆ ਗਿਆ ਸੀ। ਤਾਂ ਆਪਸ਼ਨ ਨੇ फर्स्ट ऑप्शन इज मिलिकन्स ऑयल ड्रॉप मेथड, सेकंड ऑप्शन इज रदरफोर्ड अल्फा स्कैटरिंग एक्सपेरिमेंट, थर्ड क्यूरीज एक्सपेरिमेंट, फोर्थ थॉमसन्स कैथोड रे एक्सपेरिमेंट। then ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਰਦਰਫੋर्ड, ਬਿਕੋਜ਼ ਇਹਨੇ ਕੀ ਕੀਤਾ ਸੀ ਨਿਊਕਲੀਅਸ ਦੀ ਡਿਸਕਵਰੀ ਕੀਤੀ ਸੀ ਬਾਈ ਟੇਕਿੰਗ ਅਲਫਾ ਸਕੈਟਰਿੰਗ ਐਕਸਪੈਰੀਮੈਂਟ। ठीक है जी, अल्फा ਦੇ ਪਾਰਟੀਕਲਸ ਨੂੰ ਸੋਨੇ ਦੀ ਇੱਕ ਲਿੱਤੀ ਸੀ ਲੇਅਰ, ਉਹਦੇ ਉੱਤੇ ਜਦੋਂ ਉਹਨੂੰ ਸੱਟਿਆ ਸੀ ਤਾਂ ਉੱਥੇ ਕੀ ਅਸੀਂ ਕੁਝ ਰੇਜ਼
ਐਟਮ ਦੇ ਅੱਗੇ ਲੰਘ ਗਈਆਂ ਸੀ, ਕੁਝ ਕਿਸੇ ਐਂਗਲ ਨਾਲ ਡਿਫਲੈਕਟ ਹੋ ਗਈਆਂ ਸੀ ਤਾਂ ਲੱਖਾਂ ਵਿੱਚੋਂ ਇੱਕ ਜਿਹੜੀ ਰੇ ਸੀ ਉਹ ਕੀ ਹੋ ਗਈ ਸੀ 180 ਡਿਗਰੀ ਤੇ ਉਸੇ ਰਸਤੇ ਵੱਲ ਨੂੰ ਵਾਪਸ ਵੱਲ ਆ ਗਈ ਸੀ, ਜਿੱਥੋਂ ਪਤਾ ਲੱਗਿਆ ਸੀ ਅੰਦਰ ਇਹਦੇ ਕੋਲ ਕੀ ਹੈ ਨਿਊਕਲੀਅਸ ਹੈ। ਬਿਕੋਜ਼ ਜਿਹੜੇ ਅਲਫਾ ਪਾਰਟੀਕल्स ਹੁੰਦੇ ਅਲਫਾ ਪਾਰਟੀਕल्स ਤੇ ਹੁੰਦਾ ਹੈ पॉजिटिव चार्ज। एग्जाम में देखो ये भी कुछ भी आ सकता है, अल्फा पार्टिकल्स पे कौन सा चार्ज होता है, तो उनका आंसर है अल्फा पार्टिकल्स पे पॉजिटिव चार्ज होता है। नेक्स्ट क्वेश्चन 2H2O ਨੂੰ ਆਪਾਂ ਜਦੋਂ ਕੀ ਕਰਨੇ ਅਪਲਾਈ ਕਰਨੇ ਇਲੈਕਟ੍ਰਿਸਿਟੀ ਤਾਂ O2H2 O2 ਦੇ ਵਿੱਚ ਆ ਜਾਂਦਾ ਹੈ। ਇਸ ਟਾਈਪ ਦੀ ਰਿਐਕਸ਼ਨ ਨੂੰ ਕੀ ਕਹਿੰਦੇ ਹਾਂ? ਪਹਿਲੀ ਆਪਸ਼ਨ ਹੈ ਕੰਬੀਨੇਸ਼ਨ ਰਿਐਕਸ਼ਨ, सेकंड डिकम्पोजिशन रिएक्शन, थर्ड डिस्प्लेसमेंट रिएक्शन, फोर्थ आइसोमराइजेशन रिएक्शन। देखो नाल नाल जे किसी ने इंग्लिश समझ नहीं आ रहा तो नीचे उनकी पंजाबी भी लिखी हुई है। तो इनका राइट आंसर है वो है डिकम्पोजिशन रिएक्शन। डिकम्पोजिशन का मतलब होता है हिस्से होना या किसी चीज का एक तो वध हिस्सियां विच टुटना, उन्होंने कहते डिकम्पोज। ठीक है जी, तो जे मैं ऑपोजिट लिखदा 2H2 O2 इज इक्वल टू H2O तो इस रिएक्शन का नाम बन जाएगा ए ऑप्शन, मतलब कॉम्बिनेशन रिएक्शन। जदों दो डिफरेंट एलिमेंट मिलते ने तो उस रिएक्शन को कहने आ कॉम्बिनेशन रिएक्शन, ते जदों किसी कंपाउंड दे हिस्से हो जाते हैं तो उन्होंने कहने आ डिकम्पोजिशन रिएक्शन। नेक्स्ट होंदी है डिस्प्लेसमेंट रिएक्शन की है, फॉर एग्जांपल Na सोडियम प्लस HCl दो एक एलिमेंट ते एक की लवांगे, एक एलिमेंट दे नाल एक कंपाउंड लिता जाएगा तो की होएगा ये जेड़ा एलिमेंट है ये एंदे एक एलिमेंट को हटा के आप आ जाएगा तो बन जाएगा NaCl प्लस H कल्ला नहीं होंदा, H दे नाल कितने होंदे ने 2 एटम तो H2 बन जाएगा। ठीक है जी, इस टाइप दी रिएक्शन कहने डिस्प्लेसमेंट, बिकॉज ਇਹਦੇ ਵਿੱਚ ਕੀ ਹੋਇਆ ਸੋਡੀਅਮ ਐਟਮ ਨੇ ਹਾਈਡਰੋਜਨ ਐਟਮ ਨੂੰ ਕੀ ਕਰਤਾ ਡਿਸਪਲੇਸ, मतलब हटा ਦਿੱਤਾ। ठीक है जी, नेक्स्ट क्वेश्चन एक्स-रेज वर डिस्कवर्ड बाय विच साइंटिस्ट? एक्स-रे किरणा दी किस ने खोज की? ऑप्शंस ने फर्स्ट ऑप्शन इज जेम्स चैडविक, सेकंड रदरफोर्ड, थर्ड रोंटगन, फोर्थ हेनरी बेकवर। तो इनका जेड़ा राइट आंसर है वो है अपने कोल रोंटेजन। सी ऑप्शन इज द राइट आंसर, रोंटेजन। नेक्स्ट क्वेश्चन है कोऑर्डिनेट कोवलेंट कंपाउंड्स आर फॉर्म्ड बाय। देखो एक होंदे है आयनिक कंपाउंड, एक होंदे ने आयनिक कंपाउंड जो होंदे ने बाय शेयरिंग बाय ट्रांसफर ऑफ इलेक्ट्रॉन। ठीक है जी, नाल दे नाल आंसर भी आ जाएगा इहदे विच जे किसी दो एलिमेंट्स दे विच इलेक्ट्रॉन दी शेयरिंग होंदी तो उत्थे जेड़ा ਉਹਨੂੰ ਆਪਾਂ ਕਹਿੰਦੇ ਆ ਕੋਵਲੈਂਟ ਬੌਂਡ। ਤੇ ਜੇ ਕੋਈ ਇੱਕ ਐਲੀਮੈਂਟ ਆ ਉਹਦੇ ਕੋਲ ਐਕਸਟਰਾ ਬੇਨ ਇਲੈਕਟ੍ਰੋਨ ਤਾਂ ਉਹ ਕੀ ਕਹਿੰਦਾ ਯਾਰ ਰੱਖ ਲੈ ਤੂੰ। ਠੀਕ ਹੈ ਜੀ, ਤਾਂ ਇਸ ਟਾਈਪ ਦਾ ਜਿਹੜਾ ਫਾਰਮ ਹੁੰਦਾ ਕੰਪਾਊਂਡ ਉਹਨੂੰ ਆਪਾਂ ਕਹਿੰਦੇ ਆ ਕੋਆਰਡੀਨੇਟ ਕੰਪਾਊਂਡ। ਇਸ ਕਰਕੇ ਇਹਦਾ ਆਨਸਰ ਬਣ ਜਾਏਗਾ ਸੀ ਆਪਸ਼ਨ, दैट इज कोऑर्डिनेट कंपाउंड। ਇਹੋ ਜਿਹਾ ਕੰਪਾਊਂਡ ਹੈ ਜਿੰਦੇ ਚ ਇਲੈਕਟ੍ਰੋਨਸ ਕੀ ਕੀਤੇ ਜਾਂਦੇ ਨੇ ਕਿਸੇ ਹੋਰ ਨੂੰ ਡੋਨੇਟ ਦਿੱਤੇ ਜਾਂਦੇ ਨੇ। ਐਕਸਟਰਾ ਇਲੈਕਟ੍ਰੋਨ ਹੁੰਦੇ ਉਹ ਕਹਿੰਦਾ ਭਾਈ ਤੂੰ ਚੱਲ ਰੱਖ ਲੈ ਇੱਕ ਵਾਰੀ, ਬਟ ਇਹਦੇ ਤੇ ਹੱਕ ਸਿਰਫ ਕਿੰਦਾ ਹੋਏਗਾ अपन का। ठीक है, आपका कोई हक नहीं। तो ਇਹੋ ਜਿਹੇ ਟਾਈਪ ਦੇ ਕੰਪਾਊਂਡ ਜਿਹੜੇ ਬੰਦੇ ਨੂੰ ਕਹਿੰਦੇ ਕੋਆਰਡੀਨੇਟ ਕੰਪਾਊਂਡ। ਨੈਕਸਟ ਆਪਣੇ ਕੋਲ ਆ ਰਿਹਾ ਦ ਕੈਮੀਕਲ ਫਾਰਮੂਲਾ ਆਫ ਵਾਸ਼ਿੰਗ ਸੋਡਾ ਇਜ਼। ਵਾਸ਼ਿੰਗ ਸੋਡਾ ਦਾ ਕੈਮੀਕਲ ਫਾਰਮੂਲਾ ਕੀ ਹੋਏਗਾ? ਕੱਪੜੇ ਧੋਣ ਵਾਲੇ सोडे दा रासायनिक सूत्र है, मतलब केमिकल फॉर्मूला। देखो कितनी अजीब जी लगती है पंजाबी च। then the answer is fourth option is the right answer here, option number C right answer, Na2CO3.10H2O। ठीक है जी, next question name the substance used for keeping washing powder
ਸੁੱਕਾ ਰੱਖਣ ਵਾਸਤੇ ਵਾਸ਼ਿੰਗ ਪਾਊਡਰ ਨੂੰ ਸੁੱਕਾ ਰੱਖਣ ਵਾਸਤੇ ਕਿਸ ਐਲੀਮੈਂਟ ਦਾ ਕੰਪਾਊਂਡ ਦਾ ਯੂਜ਼ ਕੀਤਾ ਜਾਂਦਾ ਹੈ? ਤਾਂ ਇਹਦਾ ਆਨਸਰ ਵੀ ਕੀ ਹੈ? ਜਿਹਦਾ ਹੈ washing soda मतलब Na2CO3। next question, the ability of the C atom to form long chains with itself is called मतलब ਕਿਸੇ ਪਰਮਾਣੂ ਦੇ ਆਪਣੇ ਵਰਗੇ ਹੋਰ ਪਰਮਾਣੂਆਂ ਨਾਲ ਜਦੋਂ ਆਪਸ ਅਟੈਚ ਹੁੰਦੇ ਨੇ ਤਾਂ ਕੀ ਬਣਦੇ ਨੇ? ਉੱਥੇ ਲੰਬੇ ਕੰਪਾਊਂਡਸ ਬਣਦੇ ਨੇ। ਇਸ ਪ੍ਰੋਸੈਸ ਨੂੰ ਇਸ प्रॉपर्टी ਨੂੰ ਕੀ ਕਹਿੰਦੇ ਨੇ? ਤੈਨੂੰ ਕਹਿੰਦੇ ਨੇ ऑप्शन नंबर सेकंड इत्थे राइट आंसर आएगा जो है कैटिनेशन। इट इज अ प्रॉपर्टी ड्यू टू विच एलिमेंट फॉर्म लॉन्ग कंपाउंड। स्पेशली जो एटम है वो अपने को बनते ने सी ते SI। सी बोले तो कार्बन, SI बोले तो सिलिकॉन। नेक्स्ट क्वेश्चन, सी अकर्स abundantly in free state as मतलब कि कार्बन मुक्त रूप विच किस स्टेट विच रहंदा है? तो अपने को ऑप्शंस ने इत्थे तो अपने को इत्थे राइट आंसर जेड़ा है वो अपने को है पेट्रोलियम एंड नेचुरल गैस। देखो इत्थे की पूछा गया सी? फ्री स्टेट पूछा गया सी, तो आंसर बन गया सेकंड ऑप्शन। जे तुहानू पूछा जांदा कि कार्बन दे अलग अलग रूप, ठीक है जी, तो वो बनणगे फर्स्ट ऑप्शन, बट एनू उहदे च आ नहीं आएगा, ठीक है जी, उहदे च आ चीज नहीं आएगी, सिर्फ आएगा हाइमंड, ग्रेफाइट, एक और हुंदा जिन्हों आपां कहने आ जिंदे स्पेलिंग मैं लिख रहा जिंदा नाम हैगा बकमिंस्टर फुलरिन। बकमिंस्टर फुलरिन। इट इज अ शेप ऑफ अ फुटबॉल जिंदे सी दे 60 एटम हुंदे है, जिंदे विच सी दे 60 एटम हुंदे हैं, उन्होंने कहने बकमिंस्टर फुलरिन। बकमिंस्टर जेड़ा सी वो जेड़ा एक साइंटिस्ट जिन्हें अपने नाम ते एक होर दित्ती सी, उन्होंने कहने बकमिंस्टर फुलरिन फॉर्म, ठीक है जी। नेक्स्ट क्वेश्चन, इन अ प्रेशर कुकर रेट ऑफ रिएक्शन इंक्रीजेस ड्यू टू ऑप्शंस अगियां ने हाई टेम्परेचर, सेकंड हाई प्रेशर, थर्ड लो प्रेशर, फोर्थ लो टेम्परेचर। प्रेशर कुकर विच रिएक्शन दी स्पीड इंक्रीज हो जाती है, उनका रीजन की है? तो उनका राइट रीजन है हाई प्रेशर। हाई प्रेशर इज द राइट आंसर। नेक्स्ट क्वेश्चन है, वी कैंट वॉक ऑन आइस प्रॉपरली बिकॉज ऑफ मतलब असी आइस ते सही वे नाल आपां अगे नहीं वध सकते, उनका रीजन की है? लेसर फ्रिक्शन, मोर फ्रिक्शन, बिकॉज आइस ठंडी हुंदी है, या इन्हां विचों कोई नहीं। तो राइट आंसर आएगा होगी है लेसर फ्रिक्शन, बिकॉज आइस की ये स्मूथ हुंदी है, इस करके अपना जेड़ा फुट हुंदा है ते आइस दे विच की हुंदी है लैस हो जाती फ्रिक्शन। नेक्स्ट क्वेश्चन है, द प्लैनेट कॉल्ड यूरिन और ट्विन ऑफ द अर्थ मतलब धरती दा जुड़वा ग्रह दा नाम दसो। इहो जा केड़ा प्लैनेट है जेड़ा बिल्कुल अर्थ वांगू लगता है? तो उनका आंसर है शुक्र मतलब वीनस, ठीक है जी। एनू आपां अर्थ दी सिस्टर भी कहते हाँ, अर्थ सिस्टर इज कॉल्ड वीनस प्लैनेट। नेक्स्ट क्वेश्चन है, मलेरिया इज कॉज्ड बाय प्रोटोजोआ नेम मलेरिया फैलाउण वाले प्रोटोजोआ का की नाम है? ऑप्शन ए एनाबेना, सेकंड मिक्सोवायरस, थर्ड HIV, फोर्थ प्लाज्मोडियम। देन द राइट आंसर है वो है प्लाज्मोडियम। हुण इत्थे एक होर मैं तुहाडे कोल एक चीज तुसीं इहदा आंसर हुणे लिखना है, HIV दी फुल फॉर्म लिखनी है, HIV दी फुल फॉर्म लिखनी है। मैं तुहानूं एंड ते इहदा आंसर
लिखवा दूंगा एचआईवी की फुल फॉर्म की होंगी है। नेक्स्ट अपने को आता है साउंड इज कंसीडर्ड नॉइज व्हेन इट्स लेवल इंक्रीजेस टू, उदो आवाज शोर मननी स्टार्ट हो जाती है या आप आख सकते हैं आवाज उदो ਆਪਾਂ ਨੂੰ शोर लगन लग जाती है जे वो आवाज का जिहड़ा हैगा वो अमाउंट किन्ना तो उत्ते हो जाए। तो ऑप्शन ने 10802050, दैन द राइट आंसर है 80। एंड मतलब कि ये हैगा SI यूनिट ऑफ इंटेंसिटी ऑफ साउंड, कितनी आवाज आती है उन्होंने निकालने लई होंगे SI जे ने यूनिट्स होंगे होंगे DB बोले तो, DB बोले तो डेसिबल, DECIBEL, these are the SI unit of intensity of sound and the answer है 80 dB। नेक्स्ट क्वेश्चन एक और रिपीट हो गया, नेचुरल सैटेलाइट ऑफ अर्थ है वो है मून। नेक्स्ट क्वेश्चन है द डिवाइस यूज्ड फॉर मेजरिंग पोटेंशियल डिफरेंस इज कॉल्ड, पोटेंशियल डिफरेंस ਨੂੰ ਨਿਕਾਲਣ ਵਾਸਤੇ ਕਿਸ इंस्ट्रूमेंट का यूज किया जाता है। ये चीज अपने जो लास्ट लैक्चर उनके भी आ चुकी है, जेडे बच्चे ने पिछला लैक्चर ध्यान नाल वेख्या होएगा उन्होंने इसका आंसर भी आता होएगा। ऑप्शन ए वोल्टमीटर, एमीटर एंड थर्ड है गैल्वेनोमीटर। तो तुहानू एक चीज होर आता जे तुहानू आंसर आता है तो नाल दी नाल जिहड़ी बाकी दी ऑप्शनां बच जाणगीआं दो, उनका भी तुसीं लिखना है, उनका यूज कित्थे कीता जांदा है। तां पोटेंशियल डिफरेंस निकालने लई किहदा यूज किया जाता है वोल्टमीटर का। ठीक है जी, पोटेंशियल डिफरेंस तुसीं कैपिटल V नाल लिखदे हैं तो उत्तों तुसीं याद कर सकते हो V फॉर वोल्टेज, V फॉर वोल्टमीटर। एमीटर का यूज किया जाता है टू फाइंड आउट I बोले तो करंट। अमाउंट निकालना है तो एमीटर, जे तुसीं जस्ट इन्ना चीज वेखनी है कि उत्थे अमाउंट ऑफ I है या नहीं तो यूज किया जाता है गैल्वेनोमीटर। इनका यूज किया जाता है टू चेक द प्रेजेंस ऑफ इलैक्ट्रिक करंट कि हैगा कि नहीं हैगा। बट जे अमाउंट निकालना है तो उनका यूज किया जाता है एमीटर का। ठीक है जी। नेक्स्ट क्वेश्चन है which of the following is a vector quantity, options are energy, force, third option is hour, fourth is work done। then the जेड़ा right answer है वो है energy की is, energy is a scalar quantity, this is also a scalar quantity, work is also a scalar quantity। सही का तो एक ऑप्शन बच गई वो है force, force is a vector quantity। नेक्स्ट क्वेश्चन है स्ट्रेच्ड रबड़ बैंड हैज, जे किसी रबड़ बैंड ਨੂੰ ਆਪਾਂ खिंचते हाँ तो उनके विच जिहड़ी एनर्जी आती है उनका नाम की होएगा। ऑप्शन ए पोटेंशियल एनर्जी, सैकेंड काइनेटिक, थर्ड केमिकल एनर्जी, फोर्थ इन्हां विचों कोई नहीं। तो इनका राइट आंसर है वो अपने कोल पोटेंशियल एनर्जी। हुण इनका की रीजन है तो इनका इको ही रीजन है बिकॉज आपां रबड़ बैंड नूं की कहता उनदे ते आउटसाइड फोर्स लाती, मतलब उनकी जिहड़ी शेप है वो की हो गई अगे नालों अलग हो गई, इस करके इहदे च आ जाएगी पोटेंशियल एनर्जी। नेक्स्ट अपने को आ रहा है विच ऑफ द फॉलोइंग रिप्रेजेंट वेलोसिटी टाइम ग्राफ फॉर यूनिफॉर्मली एक्सेलरेटेड ऑब्जेक्ट स्टार्टिंग फ्रॉम रेस्ट। ਇਹੋ ਜੀ वस्तु ਜਿਹੜੀ यूनिफॉर्म एक्सेलरेशन ਦੇ ਵਿੱਚ ਤਾਂ ਹੈਗੀ ਹੈ बट इट स्टार्ट्स फ्रॉम रेस्ट। ਤਾਂ ਇਹਦੇ ਆਪਸ਼ਨ ਨੇ फर्स्ट, सैकेंड, थर्ड, फोर्थ जो अपनी स्क्रीन ਤੇ आ चुके ने। ਤੇ ਇਹਦਾ राइट आंसर है वो है अपने ਕੋਲ फोर्थ ऑप्शन। ਜੇ मैं दोस्तों ਤੁਹਾਨੂੰ ਇਹ ਪੁੱਛਾ कि आ भी की है इट इज आल्सो रिप्रेजेंटिंग यूनिफॉर्म एक्सेलरेशन, ये भी यूनिफॉर्म एक्सेलरेशन शो हो रही है बिकॉज कि ये इतने यूनिफॉर्म एक्सेलरेशन शो हो रही है, नहीं हो रही। क्यों नहीं हो रही? बिकॉज देयर इज नो रेट ऑफ चेंज ऑफ वेलोसिटी, अमाउंट ऑफ v रिमेन सेम, मतलब जेड़ा रेट ऑफ चेंज वेलोसिटी कितना जीरो, मतलब एक्सेलरेशन कितनी है ते जीरो है। ठीक है जी। इट रिप्रेजेंट नॉन यूनिफॉर्म मोशन।
ਇਟ ਰਿਪਰੈਜ਼ੈਂਟ ਯੂਨੀਫਾਰਮ ਮੋਸ਼ਨ। ਤੇ ਸਟਾਰਟਿੰਗ ਤੇ ਤੁਸੀਂ ਇਹ ਵੇਖ ਸਕਦੇ ਹੋ ਜਿਹੜਾ v ਦੀ ਵੈਲਿਊ ਕਿੰਨੀ ਹੈ 0 ਹੈਗੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਲੋਪ ਆਫ ਡਿਸਟੈਂਸ ਟਾਈਮ ਗ੍ਰਾਫ ਗਿਵਸ। मतलब जे अपने को आ है डिस्टेंस टाइम ग्राफ ਤਾਂ ਜਿਹੜਾ ਇਹਦਾ ਆ ਚੀਜ਼ ਹੈ ਇਹ ਤੋਂ ਕੀ ਪਤਾ ਲੱਗਦਾ ਹੈ ਸਲੋਪ ਤੋਂ ਕੀ ਪਤਾ ਲੱਗਦਾ ਹੈ। ਤੇ ਜੇ ਤੁਹਾਨੂੰ ਇਹਦਾ ਆਨਸਰ ਆਉਂਦਾ ਤਾਂ ਨਾਲ ਦੇ ਨਾਲ ਤੁਸੀਂ ਉਹਦਾ ਆਨਸਰ ਲਿਖੋ ਏਰੀਆ ਤੋਂ ਕੀ ਪਤਾ ਲੱਗਦਾ ਹੈ। ਏਰੀਆ ਤੋਂ ਕੀ ਪਤਾ ਲੱਗਦਾ ਹੈ ਤੇ ਇਹਦੀ ਸਲੋਪ ਤੋਂ ਕੀ ਪਤਾ ਲੱਗਦਾ ਹੈ। ਤਾਂ ਇਹਦਾ ਰਾਈਟ ਆਨਸਰ ਹੈ ਐਸ ਵਾਲੇ ਦਾ ਉਹ ਹੈ ਆਪਣੇ ਕੋਲ ਸਪੀਡ। ਬਿਕੋਜ਼ ਇਹਦਾ ਮਤਲਬ ਤੁਹਾਨੂੰ ਅੱਗੇ ਵੀ ਸਿਖਾਇਆ ਸੀ ਜਿਹੜਾ ਮੇਰਾ ਪਹਿਲਾ ਲੈਕਚਰ ਸੀ ਉਹ ਸੀ ਸਲੋਪ बोले तो y/x मतलब ऊपर की है s अपॉन t s/t मतलब स्पीड। ठीक है जी। जे मैं इत्थे लिखदा डिस्प्लेसमेंट ਦਾ ਆਨਸਰ ਬਣਨਾ ਸੀ ਵੈਲੋਸਿਟੀ ਬਟ ਇੱਥੇ ਮੈਂ ਲਿਖੀ ਹੈ ਡਿਸਟੈਂਸ ਦਾ ਆਨਸਰ ਬਣੇਗਾ ਸਪੀਡ। ਤੇ ਜਿਹੜਾ ਏਰੀਆ ਹੈ ਉਹਦਾ ਆਨਸਰ ਬਣਦਾ ਹੈ डिस्टेंस। एरिया अंडर डिस्टेंस टाइम ग्राफ इज इक्वल्स टू डिस्टेंस। ठीक है जी। नेक्स्ट क्वेश्चन है रिलेशन बिटवीन टी एंड एन वेयर एन बोले तो फ्रीक्वेंसी कैपिटल टी बोले तो टाइम पीरियड। then the सीधा आंसर है they are inversely proportional to each other। they are inversely proportional to each other। ਹੁਣ ਇੱਥੇ ਤੁਹਾਨੂੰ ਇਹ ਚੀਜ਼ ਇੰਪੋਰਟੈਂਟ ਫ੍ਰੀਕੁਐਂਸੀ ਕੀ ਹੁੰਦੀ ਹੈ ਨੰਬਰ ਆਫ ਵਾਈਬ੍ਰੇਸ਼ਨ ਪਰ ਸੈਕਿੰਡ ਇਜ਼ ਕਾਲਡ ਫ੍ਰੀਕੁਐਂਸੀ। ਕਿੰਨੀ ਵਾਰ ਕੋਈ ਪਾਰਟੀਕਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹਿਲਦਾ ਹੈ ਇੱਕ ਸੈਕਿੰਡ ਦੇ ਵਿੱਚ ਉਹਨੂੰ ਆਪਾਂ ਕਹਿੰਦੇ ਆ ਫ੍ਰੀਕੁਐਂਸੀ। ਨੈਕਸਟ ਕੁਐਸਚਨ ਹੈ when a ray of light travels from optical less denser medium to more one ਤਾਂ ਕੀ ਹੋਏਗਾ मतलब ਜੇ ਹਲਕੇ ਆਬਜੈਕਟ ਤੋਂ ਆਬਜੈਕਟ ਦੀ ਜਿਹੜੀ ਰੇਜ਼ ਹੈ ਉਹ ਹੈਵੀ ਦੇ ਵਿੱਚ ਐਂਟਰ ਹੁੰਦੀਆਂ ਨੇ ਤਾਂ ਕੀ ਹੁੰਦਾ ਹੈ। ਤਾਂ ਆਪਸ਼ਨ ਨੇ ਇਟ ਵਿਲ ਬੈਂਡ ਟੁਵਾਰਡਸ ਦ ਨਾਰਮਲ ਸੈਕਿੰਡ ਅਵੇ ਫਰੋਮ ਦ ਨਾਰਮਲ ਥਰਡ ਅਨਹੈਵੀਏਟਡ मतलब ਉਹ ਸਿੱਧਾ ਲੰਘ ਜਾਏਗੀ। ਤਾਂ ਇਹਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ए ऑप्शन फर्स्ट ऑप्शन है द राइट आंसर बिकॉज ਤੁਹਾਨੂੰ ਅੱਗੇ ਵੀ ਇਹ ਚੀਜ਼ ਐਕਸਪਲੇਨ ਹੋ ਚੁੱਕੀ ਹੈ ਕਿ ਹਵਾ ਤੋਂ ਜਦੋਂ ਆਪਾਂ ਹੈਵੀ ਵਿੱਚ ਆਵਾਂਗੇ ਤਾਂ ਇਟ ਵਿਲ ਬੈਂਡ ਟੁਵਾਰਡਸ ਦ ਨਾਰਮਲ ਤੇ ਜਦੋਂ ਹੈਵੀ ਤੋਂ ਹਵਾ ਹਲਕੇ ਮੀਡੀਅਮ ਵਿੱਚ ਜਾਵਾਂਗੇ ਤਾਂ ਇਟ ਵਿਲ ਬੈਂਡ ਅਵੇ ਫਰੋਮ ਦ ਨਾਰਮਲ। ਤੁਸੀਂ ਤੇ ਦੇਖ ਲਓ 에ਅਰ ਟੂ ਗਲਾਸ ਫਿਰ ਉਲਟਾ ਹੈਵੀ ਮੀਡੀਅਮ ਟੂ 에ਅਰ। ठीक है जी ਉਹਦਾ ਆਨਸਰ ਬਣੇਗਾ ਸੈਕੰਡ ਆਪਸ਼ਨ। नेक्स्ट क्वेश्चन है when light travels from one medium to another it is known as ਇਹਦੇ ਤੇ ਕੀ ਅਸਰ ਹੁੰਦਾ ਹੈ ਜਦੋਂ ਇੱਕ ਮੀਡੀਅਮ ਤੋਂ ਦੂਸਰੇ ਦੇ ਵਿੱਚ ਲਾਈਟ ਐਂਟਰ ਹੁੰਦੀ ਹੈ ਤਾਂ ਕੀ ਹੁੰਦਾ ਉੱਥੇ। ਆਪਸ਼ਨ ਹੈ ਰਿਫਲੈਕਸ਼ਨ ਸੈਕੰਡ ਰਿਫਰੈਕਸ਼ਨ ਥਰਡ ਇੰਟਰਫੇਰੈਂਸ ਫੋਰ ਡਿਸਪਰਜਨ। then the right answer ਹੈ ਉਹ ਹੈ ਜਿਹੜਾ ਰਿਫਰੈਕਸ਼ਨ। ਜਦੋਂ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਵਿੱਚ ਐਂਟਰ ਹੁੰਦੀ ਹੈ ਲਾਈਟ ਤੁਹਾਨੂੰ ਉਸ ਮੈਥਡ ਨੂੰ ਕਹਿੰਦੇ ਆ ਰਿਫਰੈਕਸ਼ਨ। ਤੇ ਜੇ ਲਾਈਟ ਰੇ ਉਸੇ ਮੀਡੀਅਮ ਵਿੱਚ ਰਿਫਲੈਕਟ ਹੋ ਜਾਵੇ ਤਾਂ ਉਹਨੂੰ ਕਹਿੰਦੇ ਆ ਰਿਫਲੈਕਸ਼ਨ। ਨੈਕਸਟ ਆਪਣੇ ਕੋਲ ਆ ਰਿਹਾ ਹੈ ਐਨ ਇਲੈਕਟ੍ਰਿਕ ਜਨਰੇਟਰ ਐਕਚੁਅਲੀ ਐਕਟ ਐਜ਼ मतलब ਜਨਰੇਟਰ ਦਾ ਮੇਨ ਮਕਸਦ ਕੀ ਹੈ ਉਹਦਾ ਯੂਜ਼ ਕੀ ਹੈ। ਆਪਸ਼ਨ ਏ ਇਟ ਇਜ਼ ਅ ਸੋਰਸ ਆਫ ਇਲੈਕਟ੍ਰਿਕ ਚਾਰਜ second source of heat energy third it is an electromagnet fourth it is a converter of energy। then the right answer है जो है अपने को fourth option because ਇਹਦੇ ਚ ਆਪਣੇ ਕੋਲ ਕੀ ਹੁੰਦਾ ਹੈ ਇਹਦੇ ਚ ਆਪਣੇ ਕੋਲ ਮਕੈਨੀਕਲ એનર્ਜੀ ਤੋਂ ਇਲੈਕਟ੍ਰੀਕਲ એનર્ਜੀ ਬਣਦੀ ਹੈ। ਦੇਖੋ ਇਹ ਆਪੋਜ਼ਿਟ ਹੈ ਜਿਹੜਾ ਆਪਣਾ ਲਾਸਟ ਲੈਕਚਰ ਚ ਮੈਂ ਇੱਕ ਲੈ ਕੇ ਆਇਆ ਸੀ ਉਹ ਪੁੱਛਿਆ ਸੀ ਤੁਹਾਨੂੰ ਫੰਕਸ਼ਨ ਆਫ ਇਲੈਕਟ੍ਰਿਕ ਮੋਟਰ ਉਹਦਾ ਕੰਮ ਹੈ ਇਲੈਕਟ੍ਰੀਕਲ ਟੂ ਮਕੈਨੀਕਲ ਤੇ ਇਹਦਾ ਉਲਟਾ ਕੰਮ ਹੈ ਇਹਦਾ ਕੰਮ ਹੈ ਮਕੈਨੀਕਲ ਟੂ ਇਲੈਕਟ੍ਰੀਕਲ। नेक्स्ट क्वेश्चन है the direction of magnetic field produced by a linear current is given by
किस रूल दे नाल आपां मैग्नेटिक फील्ड दी सॉरी डायरेक्शन लिखते हैं? तो ऑप्शन है फ्लेमिंग राइट हैंड थंब रूल, फ्लेमिंग लेफ्ट हैंड रूल, जाउल्स रूल, एम्पियर्स लॉ। एंड द राइट आंसर है जो है अपने को फ्लेमिंग राइट हैंड थंब रूल, जो कि कहता है जे अंगूठे दी अपनी जिहड़ी अंगूठे नूं उपर रखदे आ जिस पासे उंगलां मुड़नगियां उस पासे की होएगा अपने कोल, इट विल गिव द डायरेक्शन ऑफ मैग्नेटिक फील्ड। नेक्स्ट क्वेश्चन है बॉक्साइट इज एन ओर ऑफ, बॉक्साइट जेड़ा है वो किंदा ओर है? ऑप्शन ने जिंक, सेकंड आयरन, थर्ड एल्यूमिनियम, फोर्थ कॉपर। then the right answer है वो है अपने को एल्यूमिनियम। बॉक्साइट इज द ओर ऑफ एल्यूमिनियम। नेक्स्ट क्वेश्चन है मेटालॉइड्स आर दोज एलिमेंट्स व्हिच एग्जिबिट द प्रॉपर्टी ऑफ डैश। मेटालॉइड्स किन्ना नु आखदे हन? ऑप्शन सॉलिड नॉन मेटल नु, सेकंड ट्रांजिशन मेटल्स नु, थर्ड जिन्ना च मेटल्स ते नॉन मेटल्स होन मतलब उन्हां दे एलिमेंट उन्हां दे characteristics on, third which shows isotropy and radioactivity। then the सीधा ही आंसर है तानू ऊपरों ही आइडिया हो गया होना है। ਇਹਦਾ मतलब है metals plus non-metals, the element which shows a property of metals and non-metals are called metalloids। next अपने को आंदा है when a wave travels from one medium to another there is no change in। ਜਦੋਂ ਇੱਕ ਤਰੰਗ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਲੰਘਦੀ ਹੈ ਤਾਂ ਕਿਹੜੀ ਚੀਜ਼ ਦੇ ਵਿੱਚ ਅੰਤਰ ਨਹੀਂ ਆਉਂਦਾ? ਆਪਸ਼ਨ ਹੈ ਫ੍ਰੀਕੁਐਂਸੀ, आवृत्ति, एम्पलीट्यूड, आयाम, वेवलेंथ लंबाई, वेलोसिटी मतलब वेग। कहता राइट आंसर ਜਿਹੜਾ ਆਏਗਾ ਉਹ ਆਏਗਾ ਫ੍ਰੀਕੁਐਂਸੀ ਚੇਂਜ ਨਹੀਂ ਹੁੰਦੀ। ਤਾਂ ਤੁਹਾਨੂੰ ਇਹ ਕੁਐਸਚਨ ਉਹਦੇ ਚ ਵੀ ਆ ਸਕਦਾ ਹੈ when refraction occurs या when light rays ਜਦੋਂ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਵਿੱਚ ਆਉਂਦੀ ਹੈ ਤਾਂ ਕੀ ਹੁੰਦਾ ਹੈ ਫ੍ਰੀਕੁਐਂਸੀ ਦੇ ਵਿੱਚ ਅੰਤਰ ਨਹੀਂ ਆਉਂਦਾ। ਨੈਕਸਟ ਆਪਣੇ ਕੋਲ ਆ ਰਿਹਾ ਹੈ the cooking gas has dash। ਜਿਹੜਾ ਆਪਾਂ ਖਾਣਾ ਪਕਾਉਂਦੇ ਆ ਉਸ ਵੇਲੇ ਜਿਹੜੀ ਯੂਜ਼ ਕਰਦੇ ਆ LPG ਉਹਦਾ ਕੀ ਹੁੰਦਾ ਹੈ? it has low ignition temperature, excess oxygen, high calorific value ਜਾਂ ਇਹਨਾਂ ਵਿੱਚੋਂ ਕੋਈ ਨਹੀਂ। then the right answer ਜਿਹੜਾ ਉਹ ਹੈ high calorific value। ਇਹਦਾ ਮਤਲਬ ਕੀ ਹੁੰਦਾ ਹੈ ਕਿ ਹੀਟ ਦਾ ਵੱਧ ਤੋਂ ਵੱਧ ਨਿਕਲਣਾ, ਘੱਟ ਅਮਾਉਂਟ ਤੋਂ ਲੈ ਕੇ ਹਲਕਾ ਜਿਹਾ ਅਮਾਉਂਟ ਦੇ ਨਾਲ ਜਿੰਨੀ ਵੱਧ ਤੋਂ ਵੱਧ ਹੀਟ ਨਿਕਲੇ ਉਹਨੂੰ ਹੁੰਦੀ ਕਹਿੰਦੇ ਨੇ calorific value। ਤਾਂ ਇਹਦੀ ਹਾਈ ਹੋਣੀ ਚਾਹੀਦੀ ਹੈ। ਤੇ ਇੱਥੇ ਇੱਕ ਵਰਡ ਹੋਰ ਆਇਆ ignition temperature ਹੁੰਦਾ ਹੈ ਉਹ ਟੈਂਪਰੇਚਰ ਜਿੰਦੇ ਤੇ ਕਿਸੇ ਚੀਜ਼ ਨੂੰ ਅੱਗ ਲੱਗਣੀ ਸਟਾਰਟ ਹੋ ਜਾਂਦੀ ਹੈ। ਠੀਕ ਹੈ ਜੀ, मतलब the temperature at which object start burning is called ignition temperature। next question है the water stored in a ham has option nuclear energy, kinetic energy, potential energy, simple energy। जिवें अपने कोल है नंगल डैम और अपने कोल इंडिया चैनस ਹੈਗੇ ਨੇ ਤਾਂ ਉਹਨਾਂ ਜਿਹੜਾ ਉੱਪਰ ਹਾਈਟ ਤੱਕ ਰੋਕਿਆ ਹੁੰਦਾ ਇਸ ਕਰਕੇ ਉਹਨੂੰ ਕਹਿੰਦੇ ਆ ਆਪਾਂ ਉਹਦੇ ਕੋਲ ਜਿਹੜਾ ਸਟੋਰ ਕੀਤਾ ਜਾਂਦਾ ਉਹਦੇ ਚ ਹੁੰਦੀ ਹੈ ਪੋਟੈਂਸ਼ੀਅਲ એનર્ਜੀ। ਤੇ ਇੱਕ ਚੀਜ਼ ਹੋਰ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ ਜਦੋਂ ਇਹਦੇ ਫਲੱਡ ਗੇਟ ਓਪਨ ਕੀਤੇ ਜਾਂਦੇ ਨੇ ਤਾਂ ਉਹ ਉੱਪਰ ਤੋਂ ਨੀਚੇ ਤੱਕ ਆਏਗਾ। ਅੱਗੇ ਕੀ ਲੱਗਿਆ ਹੁੰਦਾ? ਅੱਗੇ ਆਪਣੇ ਕੋਲ ਟਰਬਾਈਨਸ ਲੱਗੀਆਂ ਹੋਣਗੀਆਂ ਜਿਹਦੇ ਨਾਲ ਕੀ ਮਿਲੇਗੀ ਆਪਾਂ ਨੂੰ ਇਲੈਕਟ੍ਰਿਸਿਟੀ ਮਿਲੇਗੀ। ਤਾਂ ਉਹਦੇ ਚ ਕੀ ਹੁੰਦਾ ਹੈ ਪਹਿਲੇ ਉਹਦੇ ਕੋਲ ਕਿਸੇ ਪੋਟੈਂਸ਼ੀਅਲ એનર્ਜੀ ਹੁੰਦੀ ਬਿਕੋਜ਼ ਉਹ ਕਿਸੇ ਹਾਈਟ ਤੇ ਰੋਕਿਆ ਹੋਇਆ ਉਹਨੂੰ ਆਪਾਂ ਜਦੋਂ ਨੀਚੇ ਆਏਗਾ ਤਾਂ ਉਹਦੇ ਕੋਲ ਕਿਹੜੀ ਪੋਟੈਂਸ਼ੀਅਲ ਦੇ ਨਾਲ ਨਾਲ ਕਿਹੜੀ એનર્ਜੀ ਆ ਜਾਏਗੀ ਉਹਦੇ ਕੋਲ ਕਾਈਨੈਟਿਕ એનર્ਜੀ ਆ ਜਾਏਗੀ। ਫਿਰ ਮਤਲਬ ਇਹਨੂੰ ਆਪਾਂ ਕਹਿੰਦੇ ਮਕੈਨੀਕਲ એનર્ਜੀ ਤੇ ਉਸ ਮਕੈਨੀਕਲ એનર્ਜੀ ਨੂੰ ਉਹਨੇ ਕਿਹਦੇ ਲੈ ਆਇਆ ਇਲੈਕਟ੍ਰੀਕਲ એનર્ਜੀ ਦੇ ਵਿੱਚ। ਇਹ ਵੀ ਐਗਜ਼ਾਮ ਵਿੱਚ ਆ ਸਕਦਾ ਹੈ। ਸੋ ਸਟੂਡੈਂਟਸ ਇਹ ਸੀ ਆਪਣਾ ਅੱਜ ਦਾ ਲੈਕਚਰ। ਹੁਣ ਆਪਾਂ ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ। ਅੱਗੇ ਆਪਾਂ ਲੈ ਕੇ ਆਵਾਂਗੇ 75 ਤੋਂ ਲੈ ਕੇ 100 ਦੇ ਵਿੱਚ ਨੈਕਸਟ MCQ ਬੈਸਟ ਕੁਐਸਚਨ ਆਨਸਰਸ
टाटा, सी यू, मीट यू सून, थैंक यू सो मच।